ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ ਨਸ਼ੇ ਕਰਕੇ ਹਰ ਰੋਜ਼ ਹੋ ਜਾਂਦੀਆਂ ਨੇ ਕਰੀਬ 19 ਮੌਤਾਂ। ਇਸ ਸੰਬੰਧੀ ਪੁੱਛੇ ਗਏ ਸਵਾਲ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਕਿਹਾ, ਖਬਰਾਂ ਵਿੱਚ ਦੱਸਾਂਗੇ। ਜਗਮੀਤ ਸਿੰਘ ਨੇ ਬਜ਼ੁਰਗਾਂ ਨੂੰ ਪੈਨਸ਼ਨ ਰਾਹੀਂ ਮਦਦ ਤੇ ਨਾਲ ਹੀ ਹੋਰ ਸਹੂਲਤਾਂ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੀਤਾ ਸਵਾਲ। ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਦਾ ਜੋ ਡਰਾਅ ਕੱਢਿਆ ਉਸ ਦੇ ਬਾਰੇ ਦੱਸਾਂਗੇ। ਰਾਜਧਾਨੀ ਵਿੱਚ ਪ੍ਰਦਰਸ਼ਨ ਜਾਰੀ ਤਾਂ ਆਟਵਾ ਵਿੱਚ ਪ੍ਰਦਰਸ਼ਨ ਕਰਵਾਉਣ ਵਾਲਿਆਂ ਖਿਲਾਫ ਪਾਇਆ ਗਿਆ ਕੇਸ। ਕੈਨੇਡਾ ਭਰ ਵਿੱਚ ਲੱਖਾਂ ਅਜਿਹੀਆਂ ਨੌਕਰੀਆਂ ਮੌਜੂਦ ਨੇ ਜਿਨ੍ਹਾਂ ਦੇ ਲਈ ਕਾਮੇ ਨਹੀਂ ਮਿਲ ਰਹੇ। ਤਾਜ਼ਾ ਜਾਰੀ ਹੋਏ ਅੰਕੜਿਆਂ ਦੇ ਬਾਰੇ ਦੱਸਾਂਗੇ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੀ ਰਾਜਧਾਨੀ ਆਟਵਾ ਦੇ ਵਿੱਚੋਂ ਪ੍ਰਦਰਸ਼ਨ ਹੋ ਰਿਹਾ ਹੈ। ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕਰਵਾਇਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਇੱਕ ਕੇਸ ਪਾ ਦਿੱਤਾ ਗਿਆ ਹੈ, ਜਿਸ ਦੇ ਵਿੱਚ ਕਲੇਮ ਕੀਤਾ ਗਿਆ ਹੈ ਕਿ ਡਾਊਨਟਾਊਨ ਆਟਵਾ ਦੇ ਵਿੱਚ ਜੋ ਲੋਕ ਰਹਿ ਰਹੇ ਨੇ, ਕੰਮ ਕਰ ਰਹੇ ਨੇ, ਉਹਨਾਂ ਦੇ ਉੱਤੇ ਉਸ ਪ੍ਰਦਰਸ਼ਨ ਦੇ ਕਰਕੇ ਜੋ ਪ੍ਰਭਾਵ ਪਿਆ ਤੇ ਉਹਨਾਂ ਦਾ ਨੁਕਸਾਨ ਹੋਇਆ, ਉਸ ਨਾਲ ਸੰਬੰਧਿਤ ਕਲੇਮ ਪਾਇਆ ਗਿਆ ਤੇ ਨਾਲ ਹੀ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਕਿੰਨੀ ਪ੍ਰਾਪਰਟੀ ਨੂੰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਨੁਕਸਾਨ ਪਹੁੰਚਾਇਆ ਗਿਆ, ਇਸ ਦਾ ਜ਼ਿਕਰ ਕਰਦੇ ਹੋਏ ਇਹ ਕੇਸ ਪਾਇਆ ਗਿਆ, ਜਿਸ ਦੇ ਵਿੱਚ 9.8 ਮਿਲੀਅਨ ਡਾਲਰ ਤੱਕ ਦਾ ਕਲੇਮ ਪਾਇਆ ਗਿਆ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਵੱਲੋਂ ਇਸ ਪ੍ਰਦਰਸ਼ਨ ਨੂੰ ਕਰਵਾਇਆ ਜਾ ਰਿਹਾ ਹੈ। ਤਾਂ ਉਧਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਉਹ ਉੱਥੋਂ ਨਹੀਂ ਹਿੱਲਣਗੇ। ਇਸ ਦੌਰਾਨ ਸ਼ਨੀਵਾਰ ਤੇ ਐਤਵਾਰ ਵਾਸਤੇ ਵੱਡੇ ਪੱਧਰ ਦੇ ਉੱਤੇ ਟੋਰਾਂਟੋ ਤੇ ਨਾਲ ਹੀ ਹੋਰ ਕਈ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਜਾਣ ਦੇ ਬਾਰੇ ਪਹਿਲਾਂ ਤੋਂ ਐਲਾਨ ਕੀਤਾ ਗਿਆ ਹੈ। ਪੁਲਿਸ ਦੇ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ। ਵੈਨਕੂਵਰ ਦੇ ਵਿੱਚ ਵੀ ਤੇ ਨਾਲ ਹੀ ਹੋਰ ਕਈ ਖੇਤਰਾਂ ਦੇ ਵਿੱਚ ਆਟਵਾ 'ਚ ਹੋ ਰਹੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦੇ ਲਈ ਹੋਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਜਿਸ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵੀ ਪਹਿਲਾਂ ਤੋਂ ਤਿਆਰੀ ਖਿੱਚੀ ਜਾ ਰਹੀ ਹੈ, ਕਿਉਂਕਿ ਟ੍ਰੈਫਿਕ ਦੇ ਉੱਤੇ ਵੀ ਪ੍ਰਭਾਵ ਪਵੇਗਾ, ਹੋਰ ਕੰਮਕਾਜ ਦੇ ਉੱਤੇ ਵੀ ਪ੍ਰਭਾਵ ਪਵੇਗਾ ਤੇ ਜੋ ਐਮਰਜੈਂਸੀ ਵਾਹਨ ਨੇ ਉਹਨਾਂ ਨੂੰ ਵੀ ਸਮੇਂ ਸਿਰ ਕੱਢਿਆ ਜਾ ਸਕੇ ਤੇ ਇਸ ਦੇ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਸ ਨੂੰ ਲੈ ਕੇ ਤਿਆਰੀ ਪਹਿਲਾਂ ਤੋਂ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਵੀ ਪ੍ਰਦਰਸ਼ਨ ਕੀਤੇ ਗਏ ਸੀ। ਨਾ ਸਿਰਫ ਆਟਵਾ ਦੇ ਵਿੱਚ ਸਗੋਂ ਕੈਨੇਡਾ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਜਦੋਂ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੇ ਬਾਰੇ ਮੰਗ ਕੀਤੀ ਜਾ ਰਹੀ ਹੈ ਤਾਂ ਉਧਰ ਕੁਝ ਸੂਬੇ ਕੋਵਿਡ-19 ਦੀਆਂ ਹਦਾਇਤਾਂ ਛੇਤੀ ਹਟਾ ਦਿੱਤੀਆਂ ਜਾਣਗੀਆਂ, ਇਸ ਦੇ ਬਾਰੇ ਸੰਕੇਤ ਵੀ ਦੇਣ ਲੱਗੇ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਵੀ ਸੰਕੇਤ ਦਿੱਤਾ ਹੈ। ਸਸਕੈਚਵਨ ਦੇ ਵੱਲੋਂ ਇਸ ਦੇ ਬਾਰੇ ਐਲਾਨ ਕੀਤਾ ਗਿਆ ਹੈ। ਐਲਬਰਟਾ ਦੇ ਵਿੱਚ ਅਗਲੇ ਹਫ਼ਤੇ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਦੇ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਹੈ ਕਿ ਆਖਿਰ ਕਿਹੜੀ ਤਰੀਕ ਹੋਵੇਗੀ ਕਿ ਕਦੋਂ ਤੱਕ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦੇਖਿਆ ਜਾਵੇਗਾ। ਜੋ ਕਿ ਇਹ ਹਦਾਇਤ ਲਾਗੂ ਕੀਤੀ ਗਈ ਸੀ, ਇਸ ਨੂੰ ਖਤਮ ਕੀਤੇ ਜਾਣ ਦੀ ਤਰੀਕ ਦਾ ਐਲਾਨ ਅਗਲੇ ਹਫ਼ਤੇ ਹੋਵੇਗਾ। ਇਸ ਦੇ ਬਾਰੇ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਂ ਉਧਰ ਸਸਕੈਚਵਨ ਦੇ ਵਿੱਚ ਵੀ ਕੁਝ ਅਜਿਹਾ ਹੀ ਹੈ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਛੇਤੀ ਹੀ ਹਟਾਇਆ ਜਾਵੇਗਾ। ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਉਣ ਲੱਗੀ ਹੈ। ਇਸ ਦੌਰਾਨ ਵੱਖੋ-ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਦੇ ਵੱਲੋਂ ਬੈਠਕ ਵੀ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਵੀ ਤਾਜ਼ਾ ਉਹਨਾਂ ਦੇ ਵੱਲੋਂ ਕੀਤੀ ਗਈ ਸੀ, ਜਿਸ ਦੇ ਵਿੱਚ ਵੱਖੋ-ਵੱਖਰੇ ਮੁੱਦਿਆਂ ਦੇ ਉੱਤੇ ਚਰਚਾ ਵੀ ਕੀਤੀ ਗਈ। ਹੁਣ ਰੁੱਖ ਅਗਲੀ ਖਬਰ ਦੇ ਵੱਲ ਕਰਦੇ ਹਾਂ, ਜੋ ਕੈਨੇਡਾ ਭਰ ਤੋਂ ਅੰਕੜੇ ਸਾਂਝੇ ਕੀਤੇ ਗਏ ਨੇ ਸਟੈਟਸ ਕੈਨੇਡਾ ਵਿਭਾਗ ਦੇ ਵੱਲੋਂ ਕਿ ਲੱਖਾਂ ਅਜਿਹੀਆਂ ਨੌਕਰੀਆਂ ਪਈਆਂ ਨੇ ਜਿਨ੍ਹਾਂ ਦੇ ਵਾਸਤੇ ਕਾਮੇ ਨਹੀਂ ਮਿਲ ਰਹੇ। ਕੈਨੇਡਾ ਵਿੱਚ ਇਸ ਸਮੇਂ ਕਈ ਵਪਾਰ ਕਾਮਿਆਂ ਦੀ ਕਮੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ ਤੇ ਇਸ ਦੌਰਾਨ ਇਸ ਦੇ ਬਾਰੇ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਹ ਤੁਹਾਨੂੰ ਦੱਸਾਂਗੇ। ਕੈਨੇਡਾ ਭਰ ਵਿੱਚ ਇਸ ਸਮੇਂ ਨੌਕਰੀਆਂ ਕਾਫੀ ਜ਼ਿਆਦਾ ਨੇ ਤੇ ਕਾਮੇ ਮਿਲ ਨਹੀਂ ਰਹੇ, ਜਿਸ ਦੇ ਬਾਰੇ ਵੱਖੋ-ਵੱਖਰੇ ਵਪਾਰਾਂ ਦੇ ਵੱਲੋਂ ਵੀ ਕੈਨੇਡਾ ਸਰਕਾਰ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ। ਜਿਸ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਜੋ ਐਲਾਨ ਵੀ ਕੀਤਾ ਗਿਆ ਸੀ ਕਿ ਜੋ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ ਤਾਂ ਕਿ ਪ੍ਰਵਾਸੀ ਕਾਮੇ ਵੀ ਜ਼ਿਆਦਾ ਆ ਸਕਣ ਤੇ ਕੈਨੇਡਾ ਵਿੱਚ ਵਪਾਰ ਜੋ ਕਿ ਕਾਮਿਆਂ ਦੀ ਕਮੀ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਮਦਦ ਮਿਲ ਸਕੇ। ਇਸ ਸਮੇਂ ਕੈਨੇਡਾ ਭਰ ਵਿੱਚ 8,74,700 ਅਜਿਹੀਆਂ ਨੌਕਰੀਆਂ ਨੇ ਜਿੱਥੇ ਕਾਮੇ ਨਹੀਂ ਮਿਲ ਰਹੇ, ਜਿਸ ਦੇ ਬਾਰੇ ਸਟੈਟਸ ਕੈਨੇਡਾ ਨੇ ਇਹ ਅੰਕੜੇ ਸਾਂਝੇ ਕੀਤੇ ਨੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਜੋ ਨਵੰਬਰ ਮਹੀਨੇ ਸਾਲ 2021 ਦੇ ਉਸ ਦੇ ਬਾਰੇ ਜਾਣਕਾਰੀ ਹੈ, ਉਸ ਮੁਤਾਬਕ ਨੌਕਰੀਆਂ ਦੀ ਗਿਣਤੀ 9.3% ਤੱਕ ਘੱਟ ਹੋਈ ਅਕਤੂਬਰ ਨਾਲੋਂ। ਪਰ ਫਿਰ ਵੀ ਅਜਿਹੀਆਂ ਨੌਕਰੀਆਂ ਜਿੱਥੇ ਕਿ ਕਾਮਿਆਂ ਦੀ ਕਮੀ ਪਾਈ ਜਾ ਰਹੀ ਹੈ ਤੇ ਉਹ ਨੌਕਰੀਆਂ ਦੇ ਉੱਤੇ ਕਾਮੇ ਨਹੀਂ ਰੱਖ ਸਕੇ ਹਜੇ ਤੱਕ। ਵਪਾਰ ਉਸ ਦੀ ਗਿਣਤੀ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ। ਸਾਲ 2020 ਤੇ 21 ਦੇ ਵਿੱਚ ਤਾਂ ਕੋਵਿਡ-19 ਦੇ ਕਰਕੇ ਪ੍ਰਭਾਵ ਰਿਹਾ ਹੈ, ਤਾਂ ਸਾਲ 2019 ਨਾਲ ਜੇਕਰ ਤੁਲਨਾ ਕੀਤੀ ਜਾਵੇ ਤਾਂ ਜੋ ਖਾਲੀ ਨੌਕਰੀਆਂ ਨੇ ਉਹਨਾਂ ਦੀ ਗਿਣਤੀ 72% ਤੱਕ ਵੱਧ ਚੁੱਕੀ ਹੈ। ਯਾਨੀ ਕਿ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਜੋ ਹਾਲਾਤ ਨੇ ਇਸ ਸਮੇਂ, ਉਸ ਦੌਰਾਨ ਕੁਝ ਅਜਿਹਾ ਹੋਇਆ ਕਿ ਕਾਮਿਆਂ ਦੀ ਕਮੀ ਹੈ, ਉਸ ਦੇ ਉੱਤੇ ਵੱਡੀ ਗਿਣਤੀ ਵਿੱਚ ਕਮੀ ਪਾਈ ਜਾ ਰਹੀ ਹੈ, ਜਿਸ ਦੇ ਵਿੱਚ ਸੂਬਾ ਸਰਕਾਰਾਂ ਤੇ ਨਾਲ ਹੀ ਕੈਨੇਡਾ ਸਰਕਾਰ ਉੱਤੇ ਵਪਾਰ ਦਬਾਅ ਬਣਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ। ਜਿਸ ਦੇ ਵਿੱਚ ਦੱਸਿਆ ਗਿਆ ਕਿ ਨਵੰਬਰ 2021 ਵਿੱਚ
51,500 ਨੌਕਰੀਆਂ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸ ਸੈਕਟਰ ਦੇ ਵਿੱਚ ਹੀ ਪਈਆਂ ਸਨ। ਸਿਹਤ ਕਾਮਿਆਂ ਦੀ ਵੀ ਵੱਡੇ ਪੱਧਰ ਦੇ ਉੱਤੇ ਕਮੀ ਪਾਈ ਜਾ ਰਹੀ ਹੈ, ਜਿਸ ਦੇ ਵਿੱਚ ਵੀ ਲੱਖਾਂ ਨੌਕਰੀਆਂ ਪਈਆਂ ਨੇ ਤੇ ਵੱਖੋ ਵੱਖਰੇ ਜਿਹੇ ਅਦਾਰੇ ਨੇ ਜਿੱਥੇ ਕਿ ਕਾਮਿਆਂ ਦੀ ਕਮੀ ਦੇ ਕਰਕੇ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਵਿੱਚ ਇਸ ਸਮੇਂ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਦੇ ਉੱਤੇ ਵੀ ਜ਼ੋਰ ਇਸੇ ਕਰਕੇ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਕਾਮਿਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਤਾਂ ਉਧਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਕਸਪ੍ਰੈਸ ਐਂਟਰੀ ਦਾ ਡਰਾਅ ਵੀ ਕੱਢਿਆ ਗਿਆ ਸੀ 2 ਦਿਨ ਪਹਿਲਾਂ, ਉਸ ਦੇ ਬਾਰੇ ਵੀ ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 2 ਫਰਵਰੀ ਨੂੰ ਇੱਕ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ, ਜਿਸ ਦੇ ਵਿੱਚ 1070 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ PR ਦੇ ਵਾਸਤੇ। ਇਮੀਗ੍ਰੇਸ਼ਨ ਵਿਭਾਗ ਨੇ ਸਿਰਫ ਇਸ ਵਾਰ ਵੀ ਉਹਨਾਂ ਨੂੰ ਇਨਵੀਟੇਸ਼ਨ ਭੇਜੇ ਨੇ ਜਿਨ੍ਹਾਂ ਦੀ PNP ਪਹਿਲਾਂ ਤੋਂ ਅਪਰੂਵ ਸੀ, ਜਿਸ ਦੇ ਵਿੱਚ ਘੱਟੋ ਘੱਟ CRS ਸਕੋਰ 674 ਤੱਕ ਗਿਆ। PNP ਅਪਰੂਵਲ ਵਾਲਿਆਂ ਕੋਲ 600 ਪੁਆਇੰਟ ਪਹਿਲਾਂ ਤੋਂ ਹੁੰਦੇ ਨੇ, ਬਾਕੀ ਉੱਪਰ ਵਾਲੇ ਪੁਆਇੰਟ ਜੋ ਹੋਰ ਸ਼ਰਤਾਂ ਤੇ ਯੋਗਤਾ ਦੇ ਆਧਾਰ ਦੇ ਉੱਤੇ ਮਿਲ ਜਾਂਦੇ ਨੇ, ਜਿਸ ਤੋਂ ਬਾਅਦ ਇਹ ਚੋਣ ਹੋਈ ਹੈ ਤੇ ਇਨਵੀਟੇਸ਼ਨ ਗਏ ਨੇ, ਜਿਨ੍ਹਾਂ ਦੇ ਕੋਲ ਹੁਣ ਕੁਝ ਸਮਾਂ ਹੋਵੇਗਾ ਕਿ 60 ਦਿਨ ਦੇ ਵਿੱਚ ਉਹਨਾਂ ਨੂੰ ਫਾਈਲਾਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ ਜਿਨ੍ਹਾਂ ਦੇ ਇਨਵੀਟੇਸ਼ਨ ਗਏ ਨੇ, ਜਿਸ ਤੋਂ ਬਾਅਦ ਅੱਗੇ ਉਹਨਾਂ ਦੀ PR ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਸਮੇਂ ਲਗਾਤਾਰ ਜੋ ਡਰਾਅ ਨਿਕਲ ਰਹੇ ਨੇ ਉਹਨਾਂ ਦੇ ਵਾਸਤੇ ਹੀ ਨਿਕਲ ਰਹੇ ਨੇ ਜਿਨ੍ਹਾਂ ਦੀ PNP ਪਹਿਲਾਂ ਤੋਂ ਅਪਰੂਵ ਹੈ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫਿਲਹਾਲ ਕੋਈ ਵੀ ਸੰਕੇਤ ਨਹੀਂ ਦਿੱਤਾ ਜਾ ਰਿਹਾ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਦੇ ਵਿੱਚ ਕੋਈ ਡਰਾਅ ਫਿਲਹਾਲ ਛੇਤੀ ਨਾਲ ਨਿਕਲ ਸਕਦਾ ਹੈ ਜਾਂ ਨਹੀਂ। ਇਸ ਸਮੇਂ ਜੋ ਹੈ ਡਰਾਅ ਕੱਢੇ ਜਾ ਰਹੇ ਨੇ ਉਹਨਾਂ ਦੇ ਵਾਸਤੇ ਨੇ ਜਿਨ੍ਹਾਂ ਦੀ PNP ਪਹਿਲਾਂ ਤੋਂ ਅਪਰੂਵ ਹੈ। ਵੱਖੋ ਵੱਖਰੇ ਸੂਬੇ PNP ਦੇ ਡਰਾਅ ਕੱਢ ਰਹੇ ਨੇ ਤੇ ਉਸ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ, ਜਿਸ ਦੇ ਵਿੱਚ ਛੇਤੀ ਜਵਾਬ ਵੀ ਆ ਰਹੇ ਨੇ। ਜੋ ਕੱਲ ਵੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਸੀ ਕਿ ਉਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 126 ਇਨਵੀਟੇਸ਼ਨ ਭੇਜੇ ਗਏ ਜੋ PNP ਦਾ ਡਰਾਅ ਕੱਢਿਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ, ਜੋ ਕਿ ਟੈਕ ਪਾਇਲਟ ਪ੍ਰੋਗਰਾਮ ਦੇ ਤਹਿਤ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ ਤਕਨੀਕੀ ਸਿੱਖਿਆ ਜਾਂ ਤਕਨੀਕ ਦੇ ਕੰਮ ਵਿੱਚ ਤਜਰਬਾ ਜਿਸ ਨੂੰ ਹੋਵੇ ਉਹਨਾਂ ਦੇ ਵਾਸਤੇ ਡਰਾਅ ਕੱਢਿਆ ਗਿਆ, ਜਿਨ੍ਹਾਂ ਦੇ ਵੱਲੋਂ ਫਾਈਲਾਂ ਲਾਈਆਂ ਜਾਣਗੀਆਂ, ਜਿਨ੍ਹਾਂ ਨੂੰ ਅੱਗੇ ਹੁਣ ਸਮਾਂ ਦਿੱਤਾ ਜਾਂਦਾ ਹੈ ਤੇ ਫਿਰ ਜਿਸ ਦੇ ਵਿੱਚ ਘੱਟੋ ਘੱਟ ਸਕੋਰ ਹੈ 80 ਤੱਕ ਰਿਹਾ ਹੈ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਤਾਂ ਉਧਰ ਜਿਵੇਂ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ, ਉਸ ਦੇ ਵਿੱਚੋਂ ਜੋ ਵੱਖੋ ਵੱਖਰੇ ਮੁੱਦਿਆਂ ਦੇ ਉੱਤੇ ਜਾਣਕਾਰੀ ਸਾਹਮਣੇ ਆ ਰਹੀ ਹੈ, ਇਸੇ ਨੂੰ ਲੈ ਕੇ ਇੱਕ MP ਦੇ ਵੱਲੋਂ ਸਵਾਲ ਪੁੱਛਿਆ ਗਿਆ ਜੋ ਕੈਨੇਡਾ ਭਰ ਵਿੱਚ ਨਸ਼ੇ ਕਰਕੇ ਨਿਤ ਮੌਤਾਂ ਹੁੰਦੀਆਂ ਨੇ। ਅੰਕੜੇ ਦੱਸੇ ਗਏ ਨੇ ਕਿ ਹਰ ਦਿਨ 19 ਦੇ ਕਰੀਬ ਜਣਿਆਂ ਦੀ ਮੌਤ ਹੋ ਜਾਂਦੀ ਹੈ ਨਸ਼ੇ ਕਰਕੇ ਹੀ ਕੈਨੇਡਾ ਦੇ ਵਿੱਚ, ਜਿਸ ਤੋਂ ਬਾਅਦ ਆਖਿਰ ਕੈਨੇਡਾ ਸਰਕਾਰ ਇਸ ਦੇ ਉੱਤੇ ਕੀ ਕਦਮ ਚੁੱਕ ਰਹੀ ਹੈ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੀ ਜਵਾਬ ਦਿੱਤਾ ਉਹ ਤੁਹਾਨੂੰ ਸੁਣਾਉਂਦੇ ਹਾਂ। Mr. Speaker, we all know that the opioid epidemic has worsened during this pandemic. We have to continue treating this as a health issue, not a criminal one. The first ever federal minister of mental health and addictions will be advancing a comprehensive strategy, supporting the provinces and territories and working with Indigenous communities to provide access to a full range of evidence-based treatment and harm reduction, to improving public education and reducing stigma, and to create standards for substance use treatment programs. We will use every tool at our disposal to end this national public health crisis. ਤਾਂ ਉਧਰ ਜਗਮੀਤ ਸਿੰਘ ਨੇ ਜੋ ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈ ਕੇ ਤੇ ਉਹਨਾਂ ਨੂੰ ਵਿੱਤੀ ਮਦਦ ਵਧਾਉਣ ਨੂੰ ਲੈ ਕੇ ਜੋ ਸਵਾਲ ਪੁੱਛਿਆ, ਜਿਸ ਦੇ ਵਿੱਚ ਜਿਵੇਂ ਕਿ ਮਈ ਮਹੀਨੇ ਤੋਂ ਤਾਂ ਪਹਿਲਾਂ ਤਾਂ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੋਇਆ ਕਿ ਉਹਨਾਂ ਦੇ ਵੱਲੋਂ ਮਦਦ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਤਾਂ ਫਿਰ ਉਸ ਤੋਂ ਪਹਿਲਾਂ ਕੀ ਜੋ ਇਸ ਸਮੇਂ ਬਜ਼ੁਰਗ ਮਦਦ ਦੀ ਮੰਗ ਕਰ ਰਹੇ ਨੇ, ਇਸ ਦਾ ਜ਼ਿਕਰ ਕਰਦੇ ਹੋਏ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਪੁੱਛਿਆ, ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਜੋ ਜਿਨ੍ਹਾਂ ਨੂੰ ਜ਼ਿਆਦਾ ਲੋੜ ਹੈ COVID-19 ਦੇ ਕਰਕੇ ਜੋ ਹਾਲਾਤ ਬਣੇ ਉਸ ਦੌਰਾਨ ਵੀ ਉਹ ਪ੍ਰਭਾਵਿਤ ਹੋਏ ਤੇ ਹੋਰ ਮਦਦ ਵੀ ਇਸ ਸਮੇਂ ਮੁਹੱਈਆ ਸਰਕਾਰ ਦੇ ਵੱਲੋਂ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਕਿਹੜੀਆਂ ਗੱਲਾਂ ਕਹੀਆਂ ਤੁਹਾਨੂੰ ਸੁਣਾਉਂਦੇ ਹਾਂ। Burnaby South. New Democrats have long been raising the concern that clawbacks to GIS are impacting vulnerable seniors who can't pay their bills or pay their rent. We know that the Prime Minister is talking about fixing this problem in May, but seniors can't afford to wait until May. We just learned of a senior who passed away yesterday. They had their GIS clawed back. They could not afford the nutritious meals they needed, nor could they afford the type 2 diabetes medication that they needed. I'm haunted by the thought that this senior might still be with us today if their GIS was not clawed back. So will the Prime Minister commit to fixing this problem now and not waiting until May? Honorable Prime Minister. Mr. Speaker, our priority has always been to be there for the most vulnerable
especially our seniors. That's why we worked hard to strengthen income security for seniors, including with increases to GIS. We're making major investments through a one-time payment for seniors whose benefit had been affected by pandemic supports. We know we have more work to do, and we're still going to be there to support seniors and look forward to working with all parliamentarians to do exactly that. ਕੈਨੇਡਾ ਭਰ ਵਿੱਚ ਰੈਪਿਡ ਟੈਸਟ ਕਿੱਟ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਕਾਫੀ ਗਿਣਤੀ 'ਚ ਦਿੱਤੇ ਜਾ ਰਹੇ ਨੇ। ਕਈ ਸੂਬੇ ਜਿੱਥੇ ਕਿ ਇਹਨਾਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਉੱਥੇ ਰੈਪਿਡ ਟੈਸਟ ਕਿੱਟ ਇਹਨਾਂ ਦੀ ਕਮੀ ਵੀ ਪਾਈ ਜਾ ਰਹੀ ਹੈ। ਸਾਲ 2022 ਵਿੱਚ ਕੈਨੇਡਾ ਵਿੱਚ ਹੁਣ ਤੱਕ ਕਿੰਨੇ ਰੈਪਿਡ ਟੈਸਟ ਕਿੱਟ ਖਰੀਦੇ ਜਾ ਚੁੱਕੇ ਨੇ ਤੇ ਆਮ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ, ਉਹ ਤੁਹਾਨੂੰ ਹੁਣ ਸੁਣਾਉਂਦੇ ਹਾਂ। Honorable Prime Minister. I want to thank the member for Brampton Centre for his question and for his hard work. We're working around the clock to keep Canadians safe and ensure provinces and territories have the tools they need to fight COVID-19, first and foremost with enough vaccines for everyone. But that also includes procuring more rapid tests. We committed to procuring 140 million new rapid tests in January of 2022. And that's exactly what we've done, with millions more arriving every day. We hope all parties will support the legislation we introduced this week, a $2.5 billion investment to continue purchasing all the necessary supports for Canadians. Well, member for Burnaby South. ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।